सत श्री अकाल जी। द खालस टीवी देखने वाले सारे दर्शकों का बहुत बहुत स्वागत है। प्राइम टाइम के नाल मैं हरशरण कौर। एक कहावत है कि जां तां राह पिया जाणीए जां फिर वाह पिया जाणीए। उपरों उपरों किसी भी चीज़ का अंदाज़ा लाना मुश्किल हुंदा है ते जेकर गल जेल दियां चार दीवारां दे अंदर दी होवे तां फिर जां तां अंदरली गल मंत्री जाणदे ने जां फिर संतरी। प्राइम टाइम दे विच अज गल करांगे पंजाब दीयां जेलां दी, जिन्हां नूं मॉडर्न बनाउण लई हरेक समय दी सरकार दे दावे तां बहुत वड्डे हुंदे ने, पर हकीकत परदे दे पिछे लुकी हुंदी है ते बहुत ही डूंगे तरीके दे नाल लुकी हुंदी है। परदे नहीं, बहुत सारे परदियां दे पिछे लुकी हुंदी है, ये कह सकदे हां। कैदियां दी दिशा ते दशा सुधारन लई मंत्री ते पुलिस प्रशासन दे वड्डे अधिकारी बेशक जेलां दी गेड़ी मार आउंदे होण, पर हालात सुधारन लई जेल दी गेड़ी मारना ही काफ़ी नहीं हुंदा। अपनी समर्था तो तिगणा चौगणा भार चलदियां पंजाब दीयां जेलां दा किस हद तक दम निकल चुक्या है, कैदियां दी मानसिकता नूं किस पद्धर दी सिਉਂਕ लग चुकी है ते गैंगस्टरवाद दा कलंक झलदे जिहड़े कैदी ने वो सज़ा पूरी होण तो 10-10 साल बाद भी किवें नरक भोगण दे लई मजबूर होके बैठे ने। इस सारे दा निचोड़ करन दी कोशिश करांगे अज दे प्राइम टाइम दे विच। मेरी मां हो के ले के मर गई, वेट करदी प्यो मेरा वेट करदा मर गया भी हुण भी आए हुण भी आए हुण भी आए। हुण साडे बच्चे जवान हो गए, कुड़ी अंदर बैठे ने विआहती। बेटी दे आनंद कारज दी मैनूं परोल मिली 1.5 महीने दी, और तुसी मनोगे भी हाई कोर्ट तो मैनूं परोल मिली। गया मैनूं रिलीज पता जेल ने कदों कीता, जद मान लो सवेरे आनंद होना तो रात नूं 11 बजे घर जाना मैं। ਜਿਹੜੀ ਬਰਾਤ ਦਾ ਮੈਂ ਸਵਾਗਤ ਕਰਨਾ ਸੀ ਉਹ ਬਰਾਤ ਮੇਰਾ ਸਵਾਗਤ ਕਰਨ ਵਾਸਤੇ ਖੜੀ ਸੀ ਮੂਰੇ। ਗੱਲ ਸ਼ੁਰੂ ਕਰਦੇ ਹਾਂ 14 ਸਾਲ ਲੁਧਿਆਣਾ ਸਣੇ ਹੋਰ ਜੇਲ੍ਹਾਂ ਦਾ ਨਰਕ ਭੋਗਣ ਵਾਲੇ ਬਲਜੀਤ ਸਿੰਘ ਰੰਗੀ ਦੀ ਪ੍ਰੈਸ ਕਾਨਫਰੰਸ ਤੋਂ। ਗੈਂਗਸਟਰ ਕਿਉਂ ਬਣ ਜਾਂਦੇ ਨੇ, ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੌਜਵਾਨਾਂ ਦੀ ਕੀ ਦਾਸਤਾਨ ਹੈ, ਉਹਨਾਂ ਪਰਿਵਾਰਾਂ ਦੀ ਆਰਥਿਕ ਅਤੇ ਮਾਨਸਿਕ ਸਥਿਤੀ ਨੂੰ ਦੱਸਣ ਦੇ ਲਈ ਪੂਰੇ ਪੰਜਾਬ ਦੇ ਵਿੱਚੋਂ ਕੈਦੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਮੀਡੀਆ ਸੈਂਟਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਖਾਸ ਤੌਰ ਤੇ ਬਲਜੀਤ ਸਿੰਘ ਰੰਗੀ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੀਡੀਆ ਨੂੰ ਸੰਬੋਧਨ ਕੀਤਾ। ਸੋ ਜਿਹੜਾ ਮਸਲਾ ਇਹਨਾਂ ਨੇ ਚੁੱਕਿਆ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਕਿੰਨੇ ਸਾਲਾਂ ਤੱਕ ਉਹ ਜੇਲ੍ਹਾਂ ਦਾ ਨਰਕ ਭੋਗਣ ਦੇ ਲਈ ਮਜਬੂਰ ਨੇ, ਇਹਦੇ ਵਿੱਚ ਇੱਕ ਵੱਡਾ ਮੁੱਦਾ ਸਿੱਖ ਸਿਆਸੀ ਕੈਦੀਆਂ ਦਾ ਵੀ ਆਉਂਦਾ ਹੈ। ਉਹਨਾਂ ਦਾ ਇੱਕ ਵੱਖਰਾ ਵਿਸ਼ਾ ਹੈ, ਉਸ ਤੇ ਅਸੀਂ ਕਿਸੇ ਦਿਨ ਵੱਖਰੇ ਤੌਰ ਤੇ ਪ੍ਰਾਈਮ ਟਾਈਮ 'ਚ ਗੱਲ ਕਰਾਂਗੇ। ਅੱਜ ਜਿਹੜੇ ਹੋਰ ਸਾਰੇ ਕੈਦੀ ਹੁੰਦੇ ਨੇ ਉਹਨਾਂ ਦੀ ਗੱਲ ਕਰਦੇ ਹਾਂ। ਰੰਗੀ ਨੇ ਕਿਹਾ ਕਿ ਕਸੂਰ ਕੀਤਾ ਹੋਵੇ ਜਾਂ ਫਿਰ ਨਹੀਂ, ਇਹ ਤਾਂ ਬਾਅਦ ਦੀ ਗੱਲ ਹੈ, ਪਰ ਜੋ ਮਾਨਸਿਕ ਪੀੜਾ ਦੇਹ ਦਾ ਸੰਤਾਪ ਤੇ ਨਰਕ ਵਰਗੇ ਹਾਲਾਤਾਂ ਦੇ ਵਿੱਚ ਦਿਨ ਕੱਟ ਕੇ ਪੱਲੇ ਪਿਆ ਹੈ, ਉਹ ਸ਼ਬਦਾਂ ਦੇ ਵਿੱਚ ਬਿਆਨਣਾ ਬਹੁਤ ਮੁਸ਼ਕਿਲ ਹੈ। ਰੰਗੀ ਨੇ ਬੜੀ ਸਿਆਣੀ ਗੱਲ ਕਹੀ ਹੈ ਤੇ ਕੈਦੀ ਹੋਣ ਦੇ ਨਾਲ ਇਹ ਗੱਲ ਕਹਿਣੀ ਕਿਸੇ ਹਿੰਮਤੀ ਬੰਦੇ ਦਾ ਹੀ ਕੰਮ ਹੁੰਦਾ ਹੈ। कैदियां दी आवाज़ चुकण वाला रंगी भी वो कैदी है जिस दे मूहों सच सुन के समय दियां सरकारां नूं एक वारी जरूर मनुखी अधिकारां दियां किताबां फरोल लैणियां चाहीदियां ने कि जुर्म करन वाले दे भी मनुखी अधिकार हुंदे ने, ओहदे कोई हक मर नहीं जांदे जे ओह जुर्म कर देवे। रंगी वल्लों प्रैस कॉन्फ्रेंस करके एक वड्डा मुद्दा चुकण दी कोशिश कीती गई। ਉਹਨਾਂ ਕੈਦੀਆਂ ਦਾ ਮੁੱਦਾ ਜਿਹੜੇ ਆਪਣੀ ਸਜ਼ਾ ਭੋਗਣ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਤੇ ਸੜਦੇ ਨੇ। ਰੰਗੀ ਨੇ ਕਿਹਾ ਕਿ ਰਿਹਾਈ ਦਾ ਕਾਨੂੰਨ ਸਾਡੇ ਲਈ ਬਣਿਆ ਤਾਂ ਜ਼ਰੂਰ ਹੈ, ਪਰ ਕਾਨੂੰਨ ਸਾਡੇ ਲਈ ਕੋਈ ਕੰਮ ਨਹੀਂ ਕਰਦਾ। ਇੱਕ ਸਾਲ ਕਾਗਜ਼ ਨਹੀਂ ਪਾਸ ਹੁੰਦੇ ਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਲ ਬਾਅਦ ਕਾਗਜ਼ ਪਾਸ ਹੋਣ ਵੇਲੇ ਕਿਹੜਾ ਅਫਸਰ ਅਗਲੇ 5 ਸਾਲ ਉਹਨਾਂ ਉਸ 1 ਸਾਲ ਦੇ ਵਿੱਚ ਜੋੜ ਦੇਵੇ। ਸਾਤੋਂ ਇਹੋ ਜਿਹੀ ਕਿਹੜੀ ਗਲਤੀ ਹੋਈ ਆ ਵੀ ਸਾਡੇ ਵੱਲ ਸਰਕਾਰ ਦਾ ਕਿਉਂ ਨਹੀਂ ਧਿਆਨ ਆ ਰਿਹਾ, ਜਾਂ ABCD ਕਿਸੇ ਪਾਰਟੀ ਦਾ ਸਾਡੇ ਵੱਲ ਕਿਉਂ ਨਹੀਂ ਧਿਆਨ ਆ ਰਿਹਾ। ਹੁਣ ਨਕਸ਼ਾ ਵਾ ਇੱਕ ਨਕਸ਼ੇ ਦੀ ਪ੍ਰੋਵੀਜ਼ਨ ਆ ਵੀ ਉਹ ਜਦੋਂ ਬੰਦਾ ਆਪਦੀ ਠੋਸ ਤੇ ਪਰੋਲ ਸਾਰੀ ਪੂਰੀ ਕੱਟ ਲੈਂਦਾ, ਸਾਰੀ ਰਿਹਾਈ ਦਾ ਸਮਾਂ, ਉਹ ਨਕਸ਼ੇ ਦਾ ਪਾਸ ਹੋਣ ਦਾ ਕੋਈ ਟਾਈਮ ਹੀ ਹੈ ਨਹੀਂ। ਉਹ ਇਹ ਨਹੀਂ ਪਤਾ 1 ਮਹੀਨਾ ਨਾ ਪਾਸ ਹੋਵੇ, ਉਹ ਇਹ ਨਹੀਂ ਪਤਾ 1 ਸਾਲ ਨਾ ਪਾਸ ਹੋਵੇ, ਉਹ ਪਤਾ ਹੀ ਨਹੀਂ ਉਹ ਕਦੋਂ ਪਾਸ ਹੋਣਾ। ਫਿਰ ਉਹ ਜਦੋਂ ਮਰਜ਼ੀ ਜਦੋਂ ਕਿਸੇ ਵੀ ਅਫਸਰ ਦਾ ਦਿਲ ਕਰਦਾ ਉਹ ਇੱਕ ਐਪਲੀਕੇਸ਼ਨ ਲਿਖਾ ਕੇ ਤੁਹਾਡੇ ਬਰਖਲਾਫ ਤੁਹਾਡੀ ਉਸੇ ਵੇਲੇ ਸਾਰਾ ਕੁਝ ਤੁਹਾਡਾ 5 ਸਾਲ ਦੁਬਾਰੇ ਤੁਹਾਡੇ ਵਿੱਚ ਐਡ ਹੋ ਜਾਣੇ ਆ।
ਮਤਲਬ ਸਾਡੇ ਵਾਸਤੇ ਕਾਨੂੰਨ ਬਣਿਆ ਜ਼ਰੂਰ ਆ, ਪਰ ਕਸਣ ਵਾਸਤੇ ਬਣਿਆ, ਰਿਲੀਫ ਦੇਣ ਵਾਸਤੇ ਕੋਈ ਕਾਨੂੰਨ ਹੀ ਹੈ ਨਹੀਂਗਾ। ਰੰਗੀ ਦੇ ਹਵਾਲੇ ਦੇ ਨਾਲ ਕਹੀਏ ਤਾਂ ਜੇਲ੍ਹਾਂ ਨੂੰ ਸੁਧਾਰ ਘਰ ਕਹਿਣਾ ਫੋਕੀਆਂ ਫੜਾ ਨੇ। ਜੇਲ੍ਹ ਦੇ ਬੂਹੇ ਦੇ ਉੱਤੇ ਸੁਧਾਰ ਘਰ ਲਿਖਣਾ ਇੰਜ ਹੈ ਜਿਵੇਂ ਤੁਸੀਂ ਕੋਈ ਸੋਹਣੀ ਜੀ ਪੈਕਿੰਗ ਕਰਕੇ ਉਸ ਦੇ ਵਿੱਚ ਕੂੜਾ ਲਪੇਟ ਦਿਓ, ਜਾਂ ਕਹਿ ਦਈਏ ਕਿ ਕੂੜੇ ਦੀ ਸੋਹਣੀ ਜੀ ਪੈਕਿੰਗ ਕਰ ਦਿਓ। ਜੇਲ੍ਹ ਦੇ ਵਿੱਚ ਹਰ ਤਰ੍ਹਾਂ ਦੇ ਕੈਦੀ ਹੁੰਦੇ ਨੇ, ਛੋਟਾ ਵੱਡਾ ਜੁਰਮ ਨਾਲ ਨਾਲ ਰਹਿੰਦਾ ਹੈ। ਚੰਗੇ ਮਾੜੇ ਲੋਕ ਇੱਕੋ ਚੱਠੇ 'ਚੋਂ ਪਾਣੀ ਪੀਂਦੇ ਨੇ ਤੇ ਨਾਲ ਨਾਲ ਬਿਸਤਰੇ ਲਾ ਕੇ ਧਰਤੀ ਤੇ ਸੌਂਦੇ ਨੇ। ਬੁਖਾਰ, ਸਿਰ ਦਰਦ ਤੇ ਹੋਰ ਬਿਮਾਰੀਆਂ ਦੀ ਇੱਥੇ ਇੱਕੋ ਗੋਲੀ ਹੁੰਦੀ ਹੈ। ਸਿਹਤ ਸਹੂਲਤਾਂ ਦੇ ਨਾਂ ਤੇ ਕੈਦੀ ਜਿਸ ਤਰ੍ਹਾਂ ਦੇ ਹਾਲਾਤ ਭੋਗਦੇ ਨੇ ਉਹ ਬਿਆਨ ਵੀ ਨਹੀਂ ਕੀਤੇ ਜਾ ਸਕਦੇ। ਸਿਆਣੇ ਕਹਿੰਦੇ ਨੇ ਕਿ ਜਿਹਨੇ ਇੱਕ ਵਾਰੀ ਜੇਲ੍ਹ ਦੇਖ ਲਈ ਉਹਦਾ ਹੌਸਲਾ ਖੁੱਲ ਜਾਂਦਾ ਹੈ ਤੇ ਜੇਲ੍ਹ ਗਿਆ ਆਦਮੀ ਜੇਲੋਂ ਕੱਲਾ ਨਹੀਂ ਮੁੜਦਾ, ਉਹਦੇ ਨਾਲ ਉਹਦੇ ਮਨ ਦੇ ਵਿੱਚ ਬਹੁਤ ਕੁਝ ਭਰ ਕੇ ਆਉਂਦਾ ਹੈ। ਸੁਧਰਨ ਦੀ ਗੁੰਜਾਇਸ਼ ਵਾਲੇ ਬੰਦੇ ਕਦੋਂ ਵਿਗੜ ਜਾਂਦੇ ਨੇ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਲੱਗਦਾ। ਰੰਗੀ ਨੇ ਖੁਲਾਸਾ ਕੀਤਾ ਕਿ ਪਿਛਲੇ 2 ਸਾਲਾਂ ਤੋਂ ਆਪਣੀ ਕੈਦ ਪੂਰੀ ਕਰ ਚੁੱਕੇ ਕਿਸੇ ਵੀ ਕੈਦੀ ਨੂੰ ਸਰਕਾਰ ਵੱਲੋਂ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਇਹ ਕੋਈ ਬਣੀ ਬਣਾਈ ਗੱਲ ਨਹੀਂ ਬਲਕਿ ਸਰਕਾਰੀ ਡੇਟਾ ਹੀ ਇਸ ਦਾ ਸਬੂਤ ਹੈ। ਸੋ ਇੱਕ ਵੱਡਾ ਖੁਲਾਸਾ ਉਹਨਾਂ ਨੇ ਕੀਤਾ ਕਿ ਪਿਛਲੇ 2 ਸਾਲਾਂ ਤੋਂ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ। ਜੇਲ੍ਹਾਂ ਭਰੀਆਂ ਪਈਆਂ ਜੀ, ਤੁਸੀਂ ਆਰਟੀਆਈ ਪਾਓ, ਕਢਾ ਲਓ। ਪਿਛਲੇ 2 ਸਾਲ ਤੋਂ ਕੋਈ ਰਿਹਾਈ ਨਹੀਂ ਹੋਈ, ਸਜ਼ਾ ਪੂਰੀਆਂ ਕਰੀ ਬੈਠੇ ਨੇ। ਈਵਨ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਮੈਂ ਜਿਹੜੀ ਪਹਿਲਾਂ ਗੱਲ ਦੱਸੀ ਹੈ ਵੀ ਜਿਨ੍ਹਾਂ ਦੀ ਪਰੋਲ ਨਹੀਂ ਮਿਲਦੀ, ਜਿਨ੍ਹਾਂ ਦੇ ਮੰਨ ਲਓ ਪਿੱਛੇ ਕੋਈ ਜਵਾਨਤ ਦੇਣ ਜੋਗਾ ਨਹੀਂ ਹੈਗਾ, ਉਹਨਾਂ ਨੂੰ 20 ਸਾਲ ਹੋ ਗਏ। ਉਮਰ ਕੈਦ ਹੋਈ ਨੂੰ ਵੀ ਉਹਨਾਂ ਦੇ 10-10 ਸਾਲ ਉੱਪਰ ਹੋ ਗਏ। ਕਈ ਤਾਂ ਅੰਦਰੋਂ ਲਾਸ਼ਾਂ ਹੀ ਨੇ ਉਹਨਾਂ ਦੀਆਂ, ਉਹਨਾਂ ਦੇ ਘਰ ਦੇ ਸਿਆਣਦੇ ਨਹੀਂ ਉਹਨਾਂ ਨੂੰ। ਕੀ ਕਾਰਨ ਹੈ ਜੀ ਜਿਹੜੇ ਛੱਡੇ ਨਹੀਂ ਜਾਂਦੇ? ਇਹਨਾਂ ਨੂੰ ਕੋਈ ਕਾਰਨ ਤਾਂ ਹੋਏਗਾ। ਕਾਰਨ ਜੀ ਸਾਡਾ ਸਿਸਟਮ ਨਹੀਂ ਹੈ। ਮੰਨ ਲਓ ਜਮਾਨਤ ਚਾਹੀਦੀ ਹੈ, ਮੰਨ ਲਓ ਵੀ ਉਹਦੀ ਕੋਈ ਛੁੱਟੀ। ਹੁਣ ਮੈਂ ਇੱਥੇ ਦੇਖੋ ਪੁਆਇੰਟ ਇੱਕ ਹੋਰ ਨਿਕਲਦਾ, ਸਾਡੀਆਂ ਤਾਂ ਜਮਾਨਤਾਂ ਭਰੀਆਂ, ਸਾਨੂੰ ਅਸੀਂ ਤਾਂ ਫੜ ਲਓ ਵੀ ਗਏ, ਅਸੀਂ ਤਾਂ ਗੁੱਡ ਕਰੈਕਟਰ ਵਾਲੇ ਆ, ਸਾਨੂੰ ਵੀ ਨਹੀਂ ਛੱਡਿਆ। ਉਹਨਾਂ ਦੇ ਵਿਚਾਰਿਆਂ ਦੀ ਛੁੱਟੀ ਨਹੀਂ ਭਰੀ ਕਿਸੇ ਨੇ, ਉਹਨਾਂ ਦੀ ਤਾਂ ਕਿਸੇ ਨੇ ਜਮਾਨਤ ਹੀ ਨਹੀਂ ਭਰੀ, ਉਹਨਾਂ ਤੋਂ ਛੱਡਣਾ ਕੀ ਨਹੀਂ ਸੀ। ਉਹ ਭਾਵੇਂ ਸਜ਼ਾ ਪੂਰੀ ਹੋ ਗਈ, ਸਜ਼ਾ ਤਾਂ ਬਾਈ ਜੀ ਪੂਰੀ ਹੋਈ ਨੂੰ 10 ਸਾਲ ਹੋ ਗਏ। ਸੈਂਕੜਿਆਂ ਦੇ ਹਿਸਾਬ ਨਾਲ ਅੰਦਰ ਜਦੋਂ ਦੇਖੋ ਐਸਐਸਪੀ ਸਾਹਿਬ ਜਾਂਦੇ ਨੇ ਅੰਦਰ, ਆ ਤਰਨ ਤੁਹਾਡੇ ਬੜੇ ਪਾਠ ਕਰਦੇ ਹੁੰਦੇ ਸੀ ਸਵੇਰੇ ਸ਼ਾਮ, ਅਸੀਂ ਉਹਨਾਂ ਦੇ ਮਗਰ ਲੱਗ ਕੇ ਬੜੇ ਮੋਟੀਵੇਟ ਹੋਏ, ਬੜੀ ਅਸੀਂ ਐਕਸਰਸਾਈਜ਼ ਕਰਨ ਲੱਗੇ। ਉਹ ਲਾ ਕੇ ਆਏ ਨੇ, ਉਹਨਾਂ ਨੂੰ 7 ਸਾਲ ਹੀ ਹੋ ਗਈ ਸੀ, ਸੁਪਰੀਮ ਕੋਰਟ ਤੋਂ ਰਹਿ ਗਈ ਸੀ ਤੇ ਉਹਨਾਂ ਨੇ ਦੇਖਿਆ ਅੰਦਰ ਜਾ ਕੇ, ਉਹ ਵੀ ਸਾਨੂੰ ਉੱਥੋਂ ਤੱਕ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਯਾਰ ਬੜਾ ਮੰਦਾ ਹਾਲ ਆ। ਅੰਦਰ ਜਾ ਕੇ ਪਤਾ ਲੱਗਦਾ ਇੰਨਾ ਸੌਖਾ ਨਹੀਂ। ਮੈਂ ਤੁਹਾਨੂੰ ਸੋਨੇ ਦਾ ਜੇਲ੍ਹ ਬਣਾ ਦਿੰਦਾ, ਸੋਨੇ ਦੀ ਤੁਹਾਨੂੰ LCD, ਖਾਣ ਪੀਣ ਨੂੰ, ਨੌਨ ਵੈਜ, ਪੈਗ ਲਾਉਣ ਨੂੰ, ਸ਼ਾਮ ਨੂੰ ਸਾਰੀ ਸਹੂਲਤ ਦਊਂਗਾ ਤੁਹਾਨੂੰ, ਪਰ ਤੁਹਾਨੂੰ ਮੈਂ ਇਹ ਦੱਸ ਦੇਣਾ ਵੀ ਤੁਸੀਂ 1 ਮਹੀਨਾ ਤੋਂ ਬਾਹਰ ਨਹੀਂ ਜਾਣਾ। ਜੇ ਤੁਹਾਨੂੰ ਕੋਈ ਸਵਾਲ ਲੱਗਿਆ ਕਹਿ ਦਿਓ। ਰੰਗੀ ਨੇ ਦੱਸਿਆ ਕਿ ਪਹਿਲਾਂ ਕੈਦ ਤੋਂ ਬਾਅਦ ਪੈਰੋਲ ਰਾਹੀਂ ਮਾਫੀ ਮਿਲ ਜਾਂਦੀ ਸੀ ਪਰ ਹੁਣ ਇਸ ਨੂੰ ਖਤਮ ਕਰ ਦਿੱਤਾ ਗਿਆ। ਛੁੱਟੀ ਨੂੰ ਉਮਰ ਕੈਦ ਦੇ ਦਿਨਾਂ ਦੇ ਵਿੱਚੋਂ ਘਟਾਇਆ ਨਹੀਂ ਜਾਂਦਾ ਤੇ ਨਾ ਹੀ ਇਹ ਕਾਨੂੰਨ ਦੇ ਦਾਇਰੇ ਵਿੱਚ ਆਉਂਦਾ ਹੈ। ਇਸ ਕਾਰਨ ਕਿਸੇ ਵੀ ਕੈਦੀ ਦਾ ਸਮਾਂ ਪੂਰਾ ਨਹੀਂ ਹੁੰਦਾ। ਪਹਿਲਾਂ ਉਮਰ ਕੈਦ ਦੀ ਪੈਰੋਲ ਛੁੱਟੀ ਕੈਦ ਦੇ ਵਿੱਚ ਜੋੜੀ ਜਾਂਦੀ ਸੀ ਤੇ ਹੁਣ ਇਸ ਨੂੰ ਵੀ ਖਤਮ ਕਰ ਦਿੱਤਾ ਗਿਆ। ਪਹਿਲਾਂ ਛੁੱਟੀ 28 ਦਿਨ ਦੀ ਹੁੰਦੀ ਸੀ, ਫਿਰ 42 ਦਿਨ ਤੇ ਫਿਰ 56 ਦਿਨ ਦੀ ਹੋ ਗਈ, ਪਰ ਹੁਣ ਛੁੱਟੀ ਦਾ ਸਮਾਂ ਫਾਲਤੂ ਕੱਟਣ ਲਈ ਕਿਹਾ ਜਾਂਦਾ ਹੈ। ਸਰਕਾਰ ਇੱਕ ਪਾਸੇ ਤਾਂ ਛੁੱਟੀ ਦਾ ਸਮਾਂ ਵਧਾ ਰਹੀ ਹੈ, ਦੂਸਰੇ ਪਾਸੇ ਜਿਹੜਾ ਹੈਗਾ ਸਮਾਂ ਕੱਟਣ ਲਈ ਕਹਿ ਰਹੀ ਹੈ। ਕਰੋਨਾ ਮਹਾਮਾਰੀ ਕਾਰਨ ਸੁਪਰੀਮ ਕੋਰਟ ਨੇ ਕਰੋਨਾ ਦੀਆਂ ਛੁੱਟੀਆਂ ਕਰ ਦਿੱਤੀਆਂ ਸੀ, ਪਰ ਹੁਣ ਉਹੀ ਛੁੱਟੀ ਫਾਲਤੂ ਕੱਟਣ ਦੇ ਲਈ ਕਿਹਾ ਜਾ ਰਿਹਾ ਹੈ ਤੇ ਹਰ ਕੈਦੀ ਲਈ ਨੁਕਸਾਨਦਾਇਕ ਹੈ ਕਿਉਂਕਿ ਉਹਨਾਂ ਦੀ ਕੈਦ ਓਨੀ ਵੱਧਦੀ ਜਾਣੀ ਹੈ। ਉਹਨਾਂ ਕਿਹਾ ਕਿ ਛੁੱਟੀ ਦੇ ਵਕਤ ਵੀ ਕੈਦੀ ਆਪਣੇ ਘਰ ਦੇ ਵਿੱਚ ਕੈਦ ਹੀ ਹੁੰਦਾ ਹੈ। ਕੈਦੀ ਨੂੰ ਹਰ ਦਿਨ ਥਾਣੇ ਦੇ ਵਿੱਚ ਜਾਂ ਪੁਲਿਸ ਚੌਂਕੀ ਦੇ ਵਿੱਚ 1 ਜਾਂ 2 ਵਾਰੀ ਆਪਣੀ ਹਾਜ਼ਰੀ ਭਰਨੀ ਪੈਂਦੀ ਹੈ। ਆਪਣੇ ਜ਼ਿਲ੍ਹੇ ਵਿੱਚੋਂ ਦੂਸਰੇ ਜ਼ਿਲ੍ਹੇ ਦੇ ਵਿੱਚ ਜਾਣ ਲਈ ਵੀ ਪੁਲਿਸ ਦੀ ਆਗਿਆ ਲੈਣੀ ਪੈਂਦੀ ਹੈ। ਇਸ ਕਾਰਨ ਕੈਦੀ ਛੁੱਟੀ ਤੇ ਹੋਏ ਹੁੰਦੇ ਵੀ ਆਪਣੇ ਘਰ 'ਚ ਕੈਦ ਹੀ ਕੱਟ ਰਿਹਾ ਹੁੰਦਾ ਹੈ। ਰੰਗੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸੀ ਤਾਂ ਉਹਨਾਂ ਦੀ ਪਹਿਲੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਕੈਦੀਆਂ ਦੇ ਪਰਿਵਾਰਾਂ ਵੱਲੋਂ ਇਸ ਵਾਰ ਵੀ ਕੈਪਟਨ ਦੀ ਸਰਕਾਰ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਗਿਆ, ਪਰ ਹੁਣ ਕੈਦੀਆਂ ਦੇ ਪਰਿਵਾਰ ਮੁੱਖ ਮੰਤਰੀ ਕੈਪਟਨ ਤੋਂ ਨਿਰਾਸ਼ ਨਜ਼ਰ ਆ ਰਹੇ ਨੇ। ਕੈਦੀਆਂ ਦੇ ਪਰਿਵਾਰ ਜੋ ਸੰਤਾਪ ਝੱਲਦੇ ਨੇ ਉਹ ਕਿਸੇ ਵੀ ਸਰਕਾਰ ਦੀਆਂ ਨਜ਼ਰਾਂ 'ਚ ਨਹੀਂ ਆਉਂਦਾ। ਆਰਥਿਕ ਮਜਬੂਰੀਆਂ ਦੇ ਬੰਨੇ ਪਰਿਵਾਰ ਆਵਾਜ਼ ਵੀ ਚੁੱਕ ਨਹੀਂ ਸਕਦੇ। ਕਮ ਸੇ ਕਮ ਕਾਨੂੰਨ ਬਣਾਇਆ, ਜੇ ਕਾਨੂੰਨ ਦਾ ਇਨਸਾਫ ਨਹੀਂ ਦਊਗਾ ਤਾਂ ਸਾਨੂੰ ਯਕੀਨ ਕਿਵੇਂ ਬਣੂਗਾ? ਅਸੀਂ ਜੱਜ ਮੂਹਰੇ ਹੱਥ ਕਿਉਂ ਜੋੜਦੇ ਆ? ਕਿਉਂਕਿ ਸਾਨੂੰ ਹੁੰਦਾ ਵੀ ਇਨਸਾਫ ਦਊਗਾ ਇਹ। ਜੇ ਜੱਜ ਹੀ ਸਾਨੂੰ ਕਹਿੰਦੇ ਵੀ ਸੌਰੀ ਸਰ, ਅਸੀਂ ਰਾਜਾ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਵੀ ਸਾਡੇ ਚਲੋ ਪਿੰਡਾਂ 'ਚ ਅਸੀਂ ਰਾਜਾ ਹੀ ਕਹਿ ਦਿੰਦੇ ਹਾਂ ਵੀ ਰਾਜੇ ਅੱਗੇ ਛੂਟਾਂ ਦਿੰਦੇ ਹੁੰਦੇ ਸੀ, ਮਾਫੀਆਂ ਦਿੰਦੇ ਹੁੰਦੇ ਸੀ। ਜਦੋਂ ਰਾਜਾ ਸਾਹਿਬ ਪਹਿਲੀ ਵਾਰੀ ਆਏ ਨੇ ਉਦੋਂ ਇਹਨਾਂ ਦੀਆਂ ਉਹ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਾਡੇ ਮਤਲਬ ਜਿੰਨੇ ਵੀ ਕੈਦੀ ਸੀ ਉਹਨਾਂ ਨੇ ਵੱਧ ਚੜ੍ਹ ਕੇ ਇਸ ਵਾਰ ਯੋਗਦਾਨ ਪਾਇਆ ਸੀ
ਵੀ ਵੱਧ ਤੋਂ ਵੱਧ ਸਾਡੇ ਪਰਿਵਾਰਾਂ ਨੂੰ ਕਹਿ ਕੇ ਕਹਾ ਕੇ ਅਸੀਂ ਆਪਦੇ ਯਾਰਾਂ ਮਿੱਤਰਾਂ ਨੂੰ, ਅਸੀਂ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਸਾਡੇ ਕੈਦੀ ਭਰਾਵਾਂ ਦਾ, ਸਾਡੇ ਹਵਾਲਾਤੀ ਭਰਾਵਾਂ ਦਾ। ਪਰ ਇਸ ਵਾਰੀ ਸਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸਾਨੂੰ ਕੋਈ ਬੰਦਾ ਹੀ ਸਾਡਾ ਪਿਛਲੇ 2 ਸਾਲ 'ਚ ਅੱਜ ਤੱਕ ਕੋਈ ਰਿਹਾ ਹੋਇਆ। ਸਰਕਾਰਾਂ ਦਾਅਵੇ ਕਿੰਨੇ ਵੱਡੇ ਤੇ ਕਿਹੋ ਜਿਹੇ ਦਾਅਵੇ ਕਰਦੀਆਂ ਨੇ, ਇਹ ਆਪਾਂ ਜ਼ਰੂਰ ਜਾਣ ਲੈਂਦੇ ਹਾਂ ਸਰਕਾਰ ਦੇ ਬਿਆਨਾਂ ਤੋਂ ਹੀ, ਸਰਕਾਰ ਦੇ ਦਾਅਵਿਆਂ ਤੋਂ ਹੀ। 7 ਜਨਵਰੀ 2021 ਇਸੇ ਸਾਲ ਦਾ ਪਹਿਲਾ ਮਹੀਨਾ, ਜਦੋਂ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੀਆਂ ਜੇਲ੍ਹਾਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਜੇਲ੍ਹਾਂ ਨੂੰ ਸਵੈ ਨਿਰਭਰ ਕਰਨ ਲਈ ਇੱਕ ਰੂਪਰੇਖਾ ਪੇਸ਼ ਕੀਤੀ ਸੀ। ਮੰਤਰੀ ਜੀ ਦੇ ਮੁਤਾਬਿਕ ਤੇਲੰਗਾਨਾ ਸੂਬੇ ਦੀ ਤਰਜ਼ ਤੇ ਇੱਕ ਬੋਰਡ ਸਥਾਪਿਤ ਕੀਤਾ ਜਾਵੇਗਾ, ਜਿਸ ਦਾ ਕੰਮਕਾਜ ਜੇਲ੍ਹ ਢਾਂਚੇ ਨੂੰ ਮਜ਼ਬੂਤ ਕਰੇਗਾ। ਦਾਅਵਾ ਇਹ ਕੀਤਾ ਗਿਆ ਕਿ ਬੋਰਡ ਬਣਾਉਣ ਵਾਲਾ ਪੰਜਾਬ ਤੇਲੰਗਾਨਾ ਤੋਂ ਬਾਅਦ ਦੇਸ਼ ਦਾ ਦੂਜਾ ਸੂਬਾ ਹੋਵੇਗਾ। ਰੰਧਾਵਾ ਨੇ ਵੀ ਕਿਹਾ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਟਰਨਓਵਰ 1 ਕਰੋੜ 25 ਲੱਖ ਤੋਂ 1 ਕਰੋੜ 50 ਲੱਖ ਰੁਪਏ ਸਾਲਾਨਾ ਬਣਦੀ ਹੈ, ਜਦੋਂ ਕਿ ਪੰਜਾਬ ਨਾਲੋਂ 1/4 ਘੱਟ ਸਮਰੱਥਾ ਵਾਲੀਆਂ ਤੇਲੰਗਾਨਾ ਦੀਆਂ ਜੇਲ੍ਹਾਂ ਦੀ ਇਹੋ ਟਰਨਓਵਰ 600 ਕਰੋੜ ਰੁਪਏ ਸਾਲਾਨਾ ਹੈ, ਜਿਹਦੇ ਵਿੱਚੋਂ 550 ਕਰੋੜ ਰੁਪਏ ਇਕੱਲੇ ਪੈਟਰੋਲ ਪੰਪਾਂ ਤੋਂ ਕਮਾਏ ਜਾਂਦੇ ਨੇ। ਤੇ ਰੰਧਾਵਾ ਨੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੀ ਇੰਡੀਅਨ ਆਇਲ ਦੇ ਪੈਟਰੋਲ ਪੰਪ ਸਥਾਪਿਤ ਕਰਨ ਦੀ ਗੱਲ ਕਹੀ ਸੀ। ਸਰਕਾਰ ਨੇ ਪੰਜਾਬ ਦੇ ਵਿੱਚ ਜੇਲ੍ਹ ਪ੍ਰਬੰਧ ਨੂੰ ਮਜ਼ਬੂਤ ਕਰਨ ਦੇ ਲਈ 960 ਅਸਾਮੀਆਂ ਦੀ ਭਰਤੀ ਕਰਨ ਦਾ ਵੀ ਐਲਾਨ ਕੀਤਾ ਸੀ, ਜਿਹਦੇ ਵਿੱਚੋਂ 10 ਡਿਪਟੀ ਸੁਪਰਡੈਂਟ, 46 ਸਹਾਇਕ ਸੁਪਰਡੈਂਟ, 815 ਵਾਰਡਨ ਤੇ 32 ਮੈਟਰਨ ਤੋਂ ਇਲਾਵਾ ਕਲਰਕ ਤੇ ਟੈਕਨੀਕਲ ਸਟਾਫ ਰੱਖਣ ਦਾ ਵੀ ਦਾਅਵਾ ਕੀਤਾ ਸੀ। ਜੇਲ੍ਹਾਂ ਦੀ ਸਮਰੱਥਾ ਵਧਾਉਣ ਦੇ ਲਈ ਗੋਇੰਦਵਾਲ ਸਾਹਿਬ ਵਿਖੇ ਕੇਂਦਰੀ ਜੇਲ੍ਹ ਬਣਾਉਣ ਦਾ ਜਿਹੜਾ ਐਲਾਨ ਕੀਤਾ ਸੀ। ਬਠਿੰਡਾ ਦੇ ਵਿੱਚ ਵੀ ਮਹਿਲਾ ਜੇਲ੍ਹ ਨਿਰਮਾਣ ਦੇ ਅਧੀਨ ਹੈ। ਸੋ ਮੰਤਰੀ ਜੀ ਨੇ ਜਿੰਨੇ ਇਹ ਦਾਅਵੇ ਕੀਤੇ ਸੀ ਉਹਨਾਂ ਵਿੱਚੋਂ ਕੀ ਕੁਝ ਪੂਰਾ ਹੋਇਆ ਹੈ, ਇਹ ਅੰਦਾਜ਼ਾ, ਇਹ ਜਿਹੜੀ ਸਟੱਡੀ ਹੈ ਉਹ ਤੁਸੀਂ ਆਪ ਕਰਨੀ ਹੈ। ਕੋਰੋਨਾ ਕਾਲ ਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਦਾ ਆਖਿਰਕਾਰ ਕੀ ਹਾਲ ਰਿਹਾ। ਜੇਲ੍ਹਾਂ ਦੇ ਵਿੱਚ 30,000 ਤੋਂ ਵੱਧ ਕੈਦੀਆਂ ਤੇ 100% ਸਟਾਫ ਦੇ ਕੋਵਿਡ ਟੈਸਟ ਕਰਵਾਏ ਗਏ ਤਾਂ 2,000 ਦੇ ਕਰੀਬ ਕੈਦੀਆਂ ਦੀ ਰਿਪੋਰਟ ਪੋਜ਼ਿਟਿਵ ਆਈ ਸੀ। ਵਿਸਥਾਰਿਤ ਪ੍ਰੋਟੋਕੋਲ ਲਾਗੂ ਕੀਤਾ ਗਿਆ, ਜਿਹਦੇ ਵਿੱਚ ਰੋਕਥਾਮ, ਟੈਸਟਿੰਗ ਅਤੇ ਇਲਾਜ ਨੂੰ ਸ਼ਾਮਿਲ ਕੀਤਾ ਗਿਆ, ਪਰ ਹਾਲਾਤ ਸੁਧਰਨ ਦੀ ਥਾਂ ਹੋਰ ਵਿਗੜਦੇ ਗਏ। ਪੈਰੋਲ ਤੇ ਕੈਦੀਆਂ ਨੂੰ ਘਰ ਭੇਜਣਾ ਪਿਆ, ਪਰ ਘਰ ਕਿਉਂ ਭੇਜਣਾ ਪਿਆ? ਜੇਲ੍ਹਾਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿ ਟੈਸਟਿੰਗ ਵਗੈਰਾ ਹੋਣ ਦੇ ਬਾਵਜੂਦ ਵੀ ਕੈਦੀਆਂ ਨੂੰ ਸਹੀ ਸਲਾਮਤ ਨਹੀਂ ਰੱਖਿਆ ਜਾ ਸਕਿਆ? ਇਹਦੇ ਪਿੱਛੇ ਵੀ ਬਹੁਤ ਵੱਡੇ ਤੇ ਬਹੁਤ ਜ਼ਿਆਦਾ ਸਵਾਲ ਨੇ। ਜੇਲ੍ਹਾਂ ਦੇ ਵਿੱਚ ਮੋਬਾਈਲ ਤੇ ਨਸ਼ਿਆਂ ਦਾ ਜ਼ਿੰਮੇਦਾਰ ਆਖਿਰਕਾਰ ਕੌਣ ਹੈ? ਜੇਲ੍ਹਾਂ ਦੇ ਵਿੱਚੋਂ ਆਮ ਹੀ ਮੋਬਾਈਲ ਤੇ ਨਸ਼ਾ ਫੜੇ ਜਾਣ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਨੇ। ਜੇਲ੍ਹਾਂ ਨੂੰ ਖਾਸ ਤਰ੍ਹਾਂ ਦੀਆਂ ਕੰਧਾਂ ਦੇ ਨਾਲ ਹਾਲਾਂਕਿ ਕਵਰ ਕੀਤਾ ਹੁੰਦਾ ਹੈ। ਇਹ ਉਹ ਕੰਧਾਂ ਹੁੰਦੀਆਂ ਨੇ ਜੋ ਆਮ ਕੈਦੀ ਦੇ ਵੱਸ ਦੀ ਗੱਲ ਨਹੀਂ ਹੁੰਦੀ ਕਿ ਉਹ ਟੱਪ ਕੇ ਬਾਹਰ ਚਲਾ ਜਾਵੇ। ਉਂਝ ਭਾਵੇਂ ਜੇਲ੍ਹਾਂ ਦੇ ਵਿੱਚੋਂ ਕੋਈ ਸੁਰੰਗਾਂ ਪੱਟੀ ਜਾਵੇ, ਜਿੱਥੇ ਮੁਲਾਕਾਤ ਹੁੰਦੀ ਹੈ ਉੱਥੇ ਵੀ ਸੁਰੱਖਿਆ ਦੇ ਬਹੁਤ ਹੀ ਸਖਤ ਇੰਤਜ਼ਾਮ ਕੀਤੇ ਗਏ ਹੁੰਦੇ ਨੇ। ਆਉਂਦੇ ਜਾਂਦੇ ਹਰ ਬੰਦੇ ਦੀ ਸਕਰੀਨਿੰਗ ਹੁੰਦੀ ਹੈ, ਦੇਹ ਤੇ ਪਾਇਆ ਹਰ ਕੱਪੜਾ ਚੈੱਕ ਕੀਤਾ ਜਾਂਦਾ ਹੈ। ਮੁਲਾਕਾਤ ਕਰਨ ਵਾਲੀ ਥਾਂ ਤੇ ਮਿਲਣ ਆਏ ਵਿਅਕਤੀ ਅਤੇ ਕੈਦੀ ਦੇ ਵਿਚਾਲੇ ਵੀ ਬਰੀਕ ਜਾਲੀ ਹੁੰਦੀ ਹੈ। ਸਰੀਰ ਦਾ ਕੋਈ ਵੀ ਅੰਗ ਉੱਥੋਂ ਲੰਘਾਇਆ ਨਹੀਂ ਜਾ ਸਕਦਾ, ਇੱਥੋਂ ਤੱਕ ਕਿ ਕੋਈ ਹੱਥ ਵੀ ਨਹੀਂ ਮਿਲਾ ਸਕਦਾ। ਤੇ ਉਹਨਾਂ ਦੇ ਵਿਚਾਲੇ ਜਿਹੜੀ ਦੂਰੀ ਹੁੰਦੀ ਹੈ ਉਹ ਵੀ ਕਈ ਫੁੱਟ ਦੀ ਹੁੰਦੀ ਹੈ। ਇਹ ਨਹੀਂ ਕਿ ਬਿਲਕੁਲ ਨੇੜੇ ਬੈਠ ਕੇ ਕੈਦੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਗੱਲਬਾਤ ਕਰਦਾ ਹੈ। ਇੰਨੀ ਦੂਰ ਦੀ ਹੁੰਦੀ ਹੈ ਜਿਹੜੀ ਦੂਰੀ ਕਿ ਹੌਲੀ ਆਵਾਜ਼ ਦੇ ਵਿੱਚ ਤਾਂ ਕੋਈ ਗੱਲ ਕੀਤੀ ਹੀ ਨਹੀਂ ਜਾ ਸਕਦੀ। ਤੇ ਆਸ-ਪਾਸ ਜਿਹੜਾ ਜੇਲ੍ਹ ਦਾ ਮੁਲਾਜ਼ਮ ਹੁੰਦੇ ਨੇ, ਜਿਹੜੇ ਜੇਲ੍ਹ ਦੇ, ਉਹ ਵੀ ਤੈਨਾਤ ਹੁੰਦੇ ਨੇ। ਸੋ ਇੱਥੇ ਕੋਈ ਵੀ ਸੀਕ੍ਰੇਟ ਜਾਂ ਪ੍ਰਾਈਵੇਸੀ ਵਾਲੀ ਗੱਲ ਕੋਈ ਕਰ ਹੀ ਨਹੀਂ ਸਕਦਾ। ਤੇ ਇੰਨੀ ਸਖਤ ਸੁਰੱਖਿਆ ਦੇ ਵਿੱਚੋਂ ਮੋਬਾਈਲ ਲੰਘਣਾ ਤਾਂ ਦੂਰ, ਪਤਲਾ ਪੈਨ ਜਾਂ ਫਿਰ ਹੋਰ ਕੋਈ ਪਤਲੀ ਚੀਜ਼ ਵੀ ਨਹੀਂ ਲੰਘਾਈ ਜਾ ਸਕਦੀ। ਫਿਰ ਇਹ ਸਵਾਲ ਉੱਠਦਾ ਹੈ ਕਿ ਜੇਲ੍ਹਾਂ ਦੇ ਵਿੱਚ ਮੋਬਾਈਲ ਤੇ ਪੈਕਟਾਂ ਦੇ ਰਾਹੀਂ ਨਸ਼ਾ ਕਿਵੇਂ ਅੰਦਰ ਚਲਾ ਜਾਂਦਾ ਹੈ। ਜੇਲ੍ਹ ਦੇ ਵਿੱਚੋਂ ਹੀ ਕਿਸੇ ਵਿਸ਼ੇਸ਼ ਕਾਰਨ ਕਰਕੇ ਜੇਲ੍ਹ ਕੱਟ ਕੇ ਮੁੜੇ ਇੱਕ ਵਿਅਕਤੀ ਨੇ ਨਾਮ ਨਾ ਦੱਸਣ ਦੀ ਸ਼ਰਤ ਤੇ ਸਾਨੂੰ ਦੱਸਿਆ ਕਿ ਜੇਲ੍ਹਾਂ ਦੇ ਅੰਦਰਲਾ ਹਾਲ ਇਹ ਹੈ ਕਿ ਇੱਕ ਸਿਗਰਟ ਜਾਂ ਬੀੜੀ ਦੇ ਜਰਦੇ ਦੀ ਪੁੜੀ ਵੀ ਜੇਕਰ ਗੁਪਤ ਤਰੀਕੇ ਦੇ ਨਾਲ ਕਿਸੇ ਦੇ ਕੋਲ ਹੈ ਤਾਂ ਉਸ ਦੀ ਕੀਮਤ 400 ਤੋਂ 500 ਰੁਪਏ ਤੱਕ ਵਸੂਲੀ ਜਾਂਦੀ ਹੈ। ਇਹ ਸਪਲਾਈ ਕਰਨ ਵਾਲੇ ਤੇ ਕੈਦੀਆਂ ਤੋਂ ਪੈਸੇ ਲੁੱਟਣ ਵਾਲੇ ਇਹ ਕੌਣ ਲੋਕ ਨੇ? ਇਹਨਾਂ ਬਾਰੇ ਜੇ ਤੁਸੀਂ ਜਾਣਦੇ ਹੋਏ ਤਾਂ ਜ਼ਰੂਰ ਦੱਸਿਓ। ਇਹ ਸਭ ਲੁਕੋ ਕੇ ਰੱਖਣਾ ਵੀ ਇੱਕ ਵੱਡੀ ਕਲਾਕਾਰੀ ਹੈ। ਹਾਲਾਂਕਿ ਵੱਖਰਾ ਵਿਸ਼ਾ ਹੈ ਕਿ ਜੇਲ੍ਹਾਂ ਦੇ ਵਿੱਚ ਨਸ਼ਾ ਕਿਸ ਹੱਦ ਤੱਕ ਫੈਲ ਗਿਆ ਹੈ। 400-500 ਰੁਪਏ ਲਾ ਕੇ ਕੈਦੀ ਨੇ ਜਿਹੜੇ ਉਹ ਇੱਕ ਜਿਹੜਾ ਸਿਗਰਟ ਹੈ ਤੇ ਜਰਦੇ ਦੀ ਪੁੜੀ ਉਹ ਖਰੀਦਣ ਨੂੰ ਮਜਬੂਰ ਨੇ। ਇਸ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ?
ਇਹ ਸਿਸਟਮ ਕਿਸਨੇ ਬਣਾਇਆ ਹੈ, ਇਹ ਵੀ ਸੋਚਣ ਦੀ ਲੋੜ ਹੈ। ਪੰਜਾਬ ਦੇ ਫਿਰੋਜ਼ਪੁਰ, ਫਰੀਦਕੋਟ, ਮਾਨਸਾ ਆਦਿ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਦੇ ਵਿੱਚ ਮੋਬਾਈਲ ਮਿਲਣ ਦੀਆਂ ਘਟਨਾਵਾਂ ਕਈ ਵਾਰੀ ਵਾਪਰ ਚੁੱਕੀਆਂ ਨੇ। ਕੈਦੀਆਂ ਕੋਲੋਂ ਨਸ਼ਾ ਤੇ ਮੋਬਾਈਲ ਮਿਲਣ ਤੋਂ ਬਾਅਦ ਇੱਕ ਮਾਮਲਾ ਹੋਰ ਦਰਜ ਕਰ ਦਿੱਤਾ ਜਾਂਦਾ ਹੈ, ਪਰ ਇਸ ਦੀ ਤਹਿ ਤੱਕ ਜਾਣ ਦਾ ਨਾ ਕੋਈ ਮਨ ਬਣਾਉਂਦਾ ਹੈ ਤੇ ਨਾ ਹੀ ਕੋਈ ਇਹ ਸਵਾਲ ਚੁੱਕਦਾ ਹੈ ਕਿ ਜੇਕਰ ਸੁਰੱਖਿਆ ਇੰਨੀ ਸਖਤ ਹੈ ਤਾਂ ਇਸ ਸਖਤਾਈ ਦੇ ਵਿੱਚ ਵੀ ਇਹ ਸਾਰਾ ਕੁਝ ਕਿਵੇਂ ਵਾਪਰ ਰਿਹਾ ਹੈ। ਕੌਣ ਹੈ ਜੋ ਕੈਦੀਆਂ ਦਾ ਭਾਈਵਾਲ ਬਣ ਕੇ ਇਹ ਸਾਰਾ ਕੁਝ ਹੋਣ ਦੇ ਰਿਹਾ ਹੈ। ਇੱਕ ਬੈਰਕ ਦੇ ਵਿੱਚ 100 ਤੋਂ ਵੱਧ ਕੈਦੀ ਰੱਖੇ ਜਾਂਦੇ ਨੇ। ਜੇਲ੍ਹਾਂ ਦੀਆਂ ਵੱਖੋ ਵੱਖਰੀਆਂ ਬੈਰਕਾਂ ਦੇ ਵਿੱਚ ਕੈਦੀਆਂ ਨੂੰ ਰੱਖਣ ਦੇ ਪ੍ਰਬੰਧ ਕੀਤੇ ਹੁੰਦੇ ਨੇ। ਕੈਦੀਆਂ ਦੀ ਵੱਧ ਸਮਰੱਥਾ ਕਾਰਨ ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਪਹਿਲਾਂ ਤੋਂ ਹੀ ਬਦਨਾਮ ਨੇ, ਉੱਥੇ ਇੱਕ ਜੇਲ੍ਹ ਦੇ ਵਿੱਚ 5-5 ਹਜ਼ਾਰ ਕੈਦੀ ਰੱਖੇ ਜਾ ਰਹੇ ਨੇ ਤੇ ਇੱਕ ਬੈਰਕ ਦੇ ਵਿੱਚ 100 ਤੋਂ ਵੀ ਵੱਧ ਕੈਦੀਆਂ ਨੂੰ ਤਾੜ ਕੇ ਰੱਖਿਆ ਜਾਂਦਾ ਹੈ। ਕੈਦੀ ਤਾਂ ਵੱਧ ਰਹੇ ਨੇ ਪਰ ਜੇਲ੍ਹਾਂ ਦਾ ਖੇਤਰਫਲ ਪਹਿਲਾਂ ਵਾਲਾ ਹੀ ਹੈ। ਹਾਲਾਂਕਿ ਜੇਲ੍ਹਾਂ ਅੰਦਰ ਹੋਰ ਵੀ ਬੈਰਕਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ ਤੇ ਕਈ ਜੇਲ੍ਹਾਂ ਦੇ ਵਿੱਚ ਕੰਮ ਵੀ ਕੈਦੀ ਹੀ ਕਰ ਰਹੇ ਨੇ। ਹਾਲਾਂਕਿ ਸਰਕਾਰੀ ਕੰਮ ਵਾਂਗ ਹੀ ਕੀਤਾ ਜਾਂਦਾ ਹੈ। ਕਈਆਂ ਦਾ 14 ਦਿਨ ਜਾਂ ਇਸ ਤੋਂ ਪਹਿਲਾਂ ਹੀ ਛੁਟਕਾਰਾ ਹੋ ਜਾਂਦਾ ਜੇਲ੍ਹ ਚੋਂ ਤੇ ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਇਸ ਨਰਕ ਦੇ ਵਿੱਚ ਰਹਿਣਾ ਪੈਂਦਾ ਹੈ ਤੇ ਉਸ ਨਰਕ ਦੀ ਦਰਦ ਉਹੀ ਕੈਦੀ ਸਮਝ ਸਕਦੇ ਨੇ ਜਿਹੜੇ ਬੇਗੁਨਾਹ ਨੇ ਤੇ ਇੱਥੇ ਸੜਨ ਦੇ ਲਈ ਮਜਬੂਰ ਨੇ। ਥਾਂ ਦੀ ਘਾਟ ਕਾਰਨ ਇੱਕ ਬੈਰਕ ਦੇ ਵਿੱਚ 100 ਤੋਂ ਵੱਧ ਕੈਦੀ ਡੱਕੇ ਹੁੰਦੇ ਨੇ। ਜੇ ਥੋੜਾ ਬਹੁਤਾ ਸਮਾਂ ਬੈਰਕ ਤੋਂ ਬਾਹਰ ਨਿਕਲਣ ਦਾ ਮਿਲਦਾ ਹੈ ਤਾਂ ਉਹੀ ਲਾਹੇ ਦਾ ਹੁੰਦਾ ਕੈਦੀਆਂ ਦੇ ਲਈ। ਜੋ ਦਾਲ ਸਬਜ਼ੀ ਤੇ ਰੋਟੀ ਖਾਣ ਨੂੰ ਮਿਲਦੀ ਹੈ ਉਸੇ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਜੀਭ ਦਾ ਸਵਾਦ ਤਾਂ ਕਿਤੇ ਦੂਰ ਹੀ ਭੱਜ ਜਾਂਦਾ ਹੈ। ਨਹਾਉਣ ਦੇ ਹਾਲਾਤ ਬਹੁਤ ਹੀ ਖਰਾਬ ਹੁੰਦੇ ਨੇ। ਜੇਲ੍ਹਾਂ ਅੰਦਰ ਕੈਦੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਸਾਫ਼ ਸਫਾਈ ਦਾ ਇੰਨਾ ਧਿਆਨ ਨਹੀਂ ਰੱਖਿਆ ਜਾਂਦਾ। ਇਹ ਇੱਕ ਵੱਡੀ ਸਮੱਸਿਆ ਹੈ ਜੇਲ੍ਹਾਂ ਦੇ ਵਿੱਚ ਤੇ ਬਹੁਤੇ ਕੈਦੀ ਇਸ ਕਰਕੇ ਆਪਣੀ ਆਵਾਜ਼ ਨਹੀਂ ਚੁੱਕਦੇ ਕਿਉਂਕਿ ਹਾਲਾਤ ਸੁਣੇ ਨਹੀਂ ਜਾਂਦੇ ਜਾਂ ਫਿਰ ਸਰਕਾਰੀ ਦਾਅਵਿਆਂ ਦੀ ਰਾਸ਼ੀ ਹਾਲੇ ਕਾਗਜ਼ਾਂ ਦੇ ਵਿੱਚ ਹੀ ਪਾਸ ਹੋ ਰਹੀ ਹੈ। ਪੰਜਾਬ ਦੇ ਕਪੂਰਥਲਾ ਦੀ ਮਾਡਰਨ ਜੇਲ੍ਹ ਦੀ ਜੇ ਗੱਲ ਕਰ ਲਈਏ ਤਾਂ ਇੱਥੇ ਸਮਰੱਥਾ ਦੇ ਨਾਲੋਂ ਕਿਤੇ ਵੱਧ ਕੈਦੀ ਰੱਖੇ ਜਾ ਰਹੇ ਨੇ। ਕੈਦੀ ਰੱਖਣ ਦੀ ਸਮਰੱਥਾ ਇਸ ਜੇਲ੍ਹ ਦੇ ਵਿੱਚ 2800 ਦੀ ਹੈ ਪਰ ਇੱਥੇ 3300 ਕੈਦੀਆਂ ਨੂੰ ਰੱਖਿਆ ਜਾ ਰਿਹਾ ਹੈ, ਯਾਨੀ ਕਿ 500 ਕੈਦੀ ਵੱਧ ਰੱਖੇ ਜਾ ਰਹੇ ਨੇ। ਜੇਲ੍ਹ ਵਿੱਚ ਔਸਤਨ 20 ਕੈਦੀ ਰੋਜ਼ਾਨਾ ਆਉਂਦੇ ਨੇ। ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਸਾਨੂੰ ਦੱਸਿਆ ਕਿ ਜੇਲ੍ਹ ਦੇ ਵਿੱਚ 90 ਬੈਰਕਾਂ ਨੇ ਜਿਨ੍ਹਾਂ ਦੇ ਵਿੱਚ 25 ਤੋਂ 30 ਕੈਦੀਆਂ ਨੂੰ ਰੱਖਿਆ ਜਾ ਸਕਦਾ ਹੈ, ਪਰ ਮੌਜੂਦਾ ਹਾਲਾਤ ਇਹ ਨੇ ਕਿ ਇੱਕ ਬੈਰਕ ਦੇ ਵਿੱਚ 30 ਤੋਂ 40 ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਮੌਜੂਦਾ ਸਮਰੱਥਾ ਤੋਂ ਕਿਤੇ ਵੱਧ ਕੈਦੀਆਂ ਵਾਲੀ ਜੇਲ੍ਹ ਦੀ ਨਿਗਰਾਨੀ ਲਈ ਸਟਾਫ ਦੀ ਵੀ ਘਾਟ ਹੈ। ਮੌਜੂਦਾ ਸਮੇਂ ਵਿੱਚ ਜੇਲ੍ਹ ਦੀ ਨਿਗਰਾਨੀ ਸਿਰਫ 13 ਸਹਾਇਕ ਸੁਪਰਡੈਂਟ, 60 ਹੈੱਡ ਵਾਰਡ ਤੇ 340 ਸੁਰੱਖਿਆ ਗਾਰਡਾਂ ਦੇ ਹੱਥ ਵਿੱਚ ਹੈ। ਤੇ ਜੇਲ੍ਹਾਂ ਦੇ ਇਹਨਾਂ ਹਾਲਾਤਾਂ ਦੇ ਲਈ ਰਸੂਖਦਾਰ ਕੈਦੀਆਂ ਦਾ ਦਬਦਬਾ ਵੀ ਜ਼ਿੰਮੇਵਾਰ ਹੈ। ਜੇਲ੍ਹਾਂ ਅੰਦਰ ਕੈਦੀਆਂ ਦੀ ਮਾਨਸਿਕਤਾ ਤੇ ਸਭ ਤੋਂ ਵੱਧ ਅਸਰ ਰਸੂਖਦਾਰ ਕੈਦੀਆਂ ਦੇ ਕਾਰਨ ਪੈਂਦਾ ਹੈ। ਛੋਟੇ-ਮੋਟੇ ਅਪਰਾਧ ਵਾਲਾ ਵਿਅਕਤੀ ਇੱਕ ਵਾਰੀ ਤਾਂ ਜ਼ਰੂਰ ਸੋਚਦਾ ਹੈ ਕਿ ਇੱਕ ਵਾਰੀ ਬਾਹਰ ਚਲਾ ਜਾਵਾਂ, ਫਿਰ ਰੱਬ ਦੇ ਨਾਮ ਤੋਂ ਬਗੈਰ ਕੋਈ ਦੂਜਾ ਕੰਮ ਨਹੀਂ ਕਰਾਂਗਾ। ਪਰ ਵੱਡੇ ਅਪਰਾਧੀਆਂ ਦੀ ਸੰਗਤ ਕਾਰਨ ਛੋਟੇ ਕੈਦੀਆਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਉਹਨਾਂ ਦਾ ਕਿਹਾ ਮੰਨਣਾ ਹੀ ਪੈਂਦਾ ਹੈ ਤੇ ਇਸ ਦਾ ਦਿਮਾਗ ਤੇ ਜੋ ਅਸਰ ਪੈਂਦਾ ਹੈ ਕਿਸੇ ਵੀ ਸਰਕਾਰ ਦੇ ਸਮਝ ਨਹੀਂ ਆ ਸਕਦਾ। ਇਹਦੇ ਨਾਲ ਜੋ ਹੌਸਲਾ ਖੁੱਲਦਾ ਹੈ ਬਾਹਰ ਜਾ ਕੇ ਅਪਰਾਧ ਕਰਨ ਦਾ, ਉਸ ਨਾਲੇ ਸਰਕਾਰੀ ਸੁਧਾਰ ਘਰ ਹਮੇਸ਼ਾ ਸਵਾਲਾਂ ਦੇ ਕਟਹਿਰੇ ਵਿੱਚ ਆ ਖੜੇ ਹੁੰਦੇ ਨੇ। ਵੱਡੇ ਕੈਦੀਆਂ ਦਾ 27ਵੀਂ 100 ਹੁੰਦਾ ਹੈ। ਅੰਦਰ ਖਾਤੇ ਜੇਲ੍ਹ ਦੇ ਗੇਟ ਤੱਕ ਉਹਨਾਂ ਦਾ ਰਸੂਖ ਪੂਰਾ ਕੰਮ ਕਰਦਾ ਹੈ, ਪਰ ਛੋਟੇ ਕੈਦੀ ਵਿੱਚ ਵਿਚਾਲੇ ਨਰਕ ਭੋਗਦੇ ਰਹਿੰਦੇ ਨੇ। ਸੋਨੇ ਦੀ ਜੇਲ੍ਹ ਵਿੱਚ 36 ਪ੍ਰਕਾਰ ਦੇ ਭੋਜਨ ਰੱਖ ਕੇ ਜੇਕਰ ਕੋਈ ਇਹ ਕਹੇ ਕਿ 1 ਮਹੀਨਾ ਇਸ ਤੋਂ ਬਾਹਰ ਨਹੀਂ ਜਾਣਾ ਤਾਂ ਇਹ 36 ਪ੍ਰਕਾਰ ਦੇ ਭੋਜਨ ਵੀ ਤੁਹਾਨੂੰ ਕੌੜੇ ਲੱਗਣੇ ਸ਼ੁਰੂ ਹੋ ਜਾਣਗੇ ਕਿਉਂਕਿ ਇਹ ਜੇਲ੍ਹ ਹੈ। ਜੇਲ੍ਹਾਂ ਦੇ ਅੰਦਰਲੇ ਹਾਲਾਤ ਕੋਈ ਛਿੰਝ ਮੇਲਾ ਜਾਂ ਵੱਡਾ ਇਕੱਠ ਕਰਨ ਵਰਗੇ ਨੇ। ਕੈਦੀਆਂ ਦੀ ਕੁਰਬਲ 100 ਬਿਮਾਰੀਆਂ ਦਾ ਘਰ ਹੁੰਦੀ ਹੈ, ਪਰ ਤੁਹਾਨੂੰ ਆਪਣੇ ਕੀਤੇ ਜਾਂ ਕੁਝ ਵੀ ਨਾ ਕੀਤੇ ਜਾਣ ਦਾ ਸੰਤਾਪ ਇੱਥੇ ਇਕੱਠੇ ਹੀ ਭੋਗਣਾ ਪੈਂਦਾ ਹੈ। ਤੁਹਾਡੇ ਕੋਲ ਜੇਲ੍ਹ ਦੇ ਗੇਟ ਤੋਂ ਇਲਾਵਾ ਦੂਜਾ ਕੋਈ ਰਾਹ ਨਹੀਂ ਹੁੰਦਾ ਕਿ ਤੁਸੀਂ ਜਾ ਕੇ ਦੁਨੀਆ ਨੂੰ ਆਪਣੇ ਕਲਾਵੇ 'ਚ ਭਰ ਲਵੋ। ਅਪਰਾਧੀ ਵਿਅਕਤੀ ਨੂੰ ਫਿਰ ਵੀ ਆਪਣੇ ਅੰਦਰ ਦਾ ਪਤਾ ਹੁੰਦਾ ਹੈ ਕਿ ਉਹਨੇ ਕਿਹੜਾ ਗੁਨਾਹ ਕੀਤਾ ਹੈ, ਕਿਹੜੀ ਗਲਤੀ ਦਾ ਉਹ ਨਤੀਜਾ ਭੁਗਤ ਰਿਹਾ ਹੈ, ਪਰ ਜਿਸਨੇ ਅਪਰਾਧ ਕੀਤਾ ਹੀ ਨਹੀਂ ਉਹ ਕਿਵੇਂ ਤੇ ਕਿਹੜੇ ਹਾਲਾਤਾਂ ਦੇ ਵਿੱਚ ਉੱਥੇ ਰਹਿੰਦਾ ਹੋਏਗਾ, ਕਿਵੇਂ ਉਹ ਆਪਣੇ ਹਾਲਾਤਾਂ ਦੇ ਨਾਲ ਲੜਦਾ ਹੋਏਗਾ ਤੇ ਕਿਵੇਂ ਆਪਣੇ ਮਨ ਦੇ ਨਾਲ ਲੜਾਈ ਕਰਦਾ ਹੋਏਗਾ ਜਿਉਂਦੇ ਰਹਿਣ ਦੇ ਲਈ, ਉਹ ਸਿਰਫ ਉਹੀ ਸਮਝ ਸਕਦਾ ਹੈ। ਤੇ ਜਦੋਂ ਸਹੂਲਤਾਂ ਦੀ ਗੱਲ ਦੇਖਦੇ ਆ ਤਾਂ ਨਤੀਜਾ ਸਿਰਫ 0 ਹੀ ਹੁੰਦਾ ਹੈ। 100 ਦੇ ਵਿੱਚੋਂ 70 ਕੈਦੀ ਅਜਿਹੇ ਜ਼ਰੂਰ ਹੁੰਦੇ ਨੇ ਜਿਹੜੇ ਅੰਦਰਲੇ ਨਰਕ ਨੂੰ ਦੇਖ ਕੇ ਜ਼ਿੰਦਗੀ ਤੋਂ ਤੌਬਾ ਕਰਨ ਦਾ ਵੀ ਮਨ ਬਣਾ ਲੈਂਦੇ ਨੇ ਤੇ ਜੇਲ੍ਹਾਂ ਦੇ ਵਿੱਚ ਖੁਦਕੁਸ਼ੀ ਦੀਆਂ ਘਟਨਾਵਾਂ ਜੇਲ੍ਹਾਂ ਦੇ ਅੰਦਰਲੇ ਮਾੜੇ ਪ੍ਰਬੰਧਾਂ ਦਾ ਹੀ ਸ਼ਾਇਦ ਕਾਰਨ ਨੇ।
ਤੇ ਜੇਲ੍ਹਾਂ ਦੇ ਇਸ ਮਾਹੌਲ ਦਾ ਕੈਦੀਆਂ ਦੀ ਮਾਨਸਿਕਤਾ ਤੇ ਕੀ ਅਸਰ ਪੈਂਦਾ ਹੈ? ਅਪਰਾਧੀ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ, ਕਾਨੂੰਨ ਦੀ ਸਖਤੀ ਵੀ ਬਹੁਤ ਲੋੜੀਂਦੀ ਹੈ, ਪਰ ਕਾਨੂੰਨ ਦੇ ਨਾਲ-ਨਾਲ ਸਿਸਟਮ ਦਾ ਦਰੁਸਤ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇੱਕ ਅਪਰਾਧੀ ਕਿਸਮ ਦਾ ਬੰਦਾ ਜਦੋਂ ਨਰਕ ਵਰਗੀ ਥਾਂ ਵਿੱਚੋਂ ਹੋ ਕੇ ਗੁਜ਼ਰਦਾ ਹੈ ਤਾਂ ਸੁਧਾਰ ਦੀ ਗੁੰਜਾਇਸ਼ ਹੁੰਦੀ ਤਾਂ ਹੈ, ਪਰ ਮਾਨਸਿਕ ਤੌਰ ਤੇ ਉਹ ਜ਼ਰੂਰ ਬਦਲ ਜਾਂਦਾ ਹੈ। ਇੱਕੋ ਜੇਲ੍ਹ ਵਿੱਚ ਹਰ ਤਰ੍ਹਾਂ ਦੇ ਕੈਦੀ ਹੁੰਦੇ ਨੇ। ਅਜਿਹੇ ਕੈਦੀ ਵੀ ਹੁੰਦੇ ਨੇ ਜਿਹੜੇ ਕਈ ਲੋਕਾਂ ਦੇ ਕਤਲ ਕਰਕੇ ਸਲਾਖਾਂ ਦੇ ਪਿੱਛੇ ਪਹੁੰਚਦੇ ਨੇ ਤੇ ਕਈ ਕੈਦੀ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੇ ਕਦੇ ਕੀੜੀ ਤੱਕ ਨਹੀਂ ਮਾਰੀ ਹੁੰਦੀ, ਪਰ ਸ਼ੱਕ ਦੀ ਬਿਨਾਂ ਤੇ ਜੇਲ੍ਹ ਦੇ ਵਿੱਚ ਪਹੁੰਚ ਜਾਂਦੇ ਨੇ। ਸਿਰਫ ਜੇਲ੍ਹ ਪਹੁੰਚਣ ਵਾਲੀ ਸਥਿਤੀ ਦੇ ਨਾਲ ਜੋ ਮਾਨਸਿਕਤਾ ਦਾ ਘਾਣ ਹੁੰਦਾ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਬਦਾਂ ਦੇ ਵਿੱਚ। ਉਸ ਨੂੰ ਸਿਰਫ ਉਹੀ ਲੋਕ ਸਮਝਦੇ ਨੇ ਜਿਨ੍ਹਾਂ ਨੇ ਇਸ ਨੂੰ ਸਹਿਣ ਕੀਤਾ ਹੈ। ਕਈ ਵਾਰੀ ਗੁੰਝਲਦਾਰ ਤੇ ਕਈ ਵਾਰੀ ਸਟੇਜਾਂ ਦੇ ਉੱਤੇ ਲਟਕਿਆ ਹੋਇਆ ਕਾਨੂੰਨ ਬਹੁਤ ਹੀ ਖਤਰਨਾਕ ਸਾਬਿਤ ਹੁੰਦਾ ਹੈ। ਕਤਲ, ਫਿਰੌਤੀ, ਮਾਰਕੁੱਟ, ਚੋਰੀ, ਮੱਕਾਰੀ, ਮਾਣਹਾਨੀ ਤੇ ਹੋਰ ਫੌਜਦਾਰੀ ਕੇਸਾਂ ਤੋਂ ਇਲਾਵਾ ਦਾਜ, ਦਹੇਜ ਦੇ ਜਿਹੇ ਕਈ ਮਾਮਲੇ ਹੁੰਦੇ ਨੇ ਜਿਨ੍ਹਾਂ ਵਿੱਚ ਕਈ ਝੂਠੇ ਕੇਸਾਂ ਕਰਕੇ ਲੋਕ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਨੇ। ਤੇ ਸਾਡੇ ਮੁਲਕ ਦੇ ਵਿੱਚ ਅਸੀਂ ਕਈ ਵਾਰੀ ਅਜਿਹੀਆਂ ਮਿਸਾਲਾਂ ਦੇਖ ਚੁੱਕੇ ਹਾਂ ਜਦੋਂ 20 ਸਾਲ ਹੀ ਨਹੀਂ ਬਲਕਿ ਉਸ ਤੋਂ ਵੀ ਵੱਧ ਸਜ਼ਾ ਜਦੋਂ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਕੱਟ ਲੈਂਦਾ, ਉਸ ਤੋਂ ਬਾਅਦ ਅਦਾਲਤਾਂ ਉਸ ਨੂੰ ਬਿਲਕੁਲ ਹੀ ਇਨੋਸੈਂਟ ਕਰਾਰ ਦੇ ਕੇ ਉਸ ਨੂੰ ਰਿਹਾ ਕਰ ਦਿੰਦੀਆਂ ਨੇ। ਪਰ ਜਿਹੜੀ ਕੈਦ ਉਸਨੇ ਕੱਟੀ ਹੁੰਦੀ ਹੈ ਬਿਨਾਂ ਕਿਸੇ ਜੁਰਮ ਤੋਂ, ਉਸ ਦਾ ਉਹਨੂੰ ਕੀ ਦਿੱਤਾ ਗਿਆ, ਕੀ ਮੁੱਲ ਦਿੱਤਾ ਗਿਆ, ਇਸ ਦੀ ਕਦੇ ਕੋਈ ਚਰਚਾ ਨਹੀਂ ਹੁੰਦੀ। ਕਾਨੂੰਨ ਤੁਹਾਨੂੰ ਉਸ ਮਾਹੌਲ ਵਿੱਚ ਲਿਜਾ ਕੇ ਹੋਰ ਵਿਗਾੜ ਦਿੰਦਾ ਹੈ ਤੇ ਤੁਸੀਂ ਆਪਣੇ ਫੈਸਲਿਆਂ ਦੇ ਲਈ ਹੋਰ ਆਪ ਖੁਦਰੇ ਹੋ ਕੇ ਵਿਚਰਨ ਲੱਗਦੇ ਹੋ। ਇਹ ਜੇਲ੍ਹਾਂ ਦੇ ਅੰਦਰਲਾ ਮਾਹੌਲ ਹੀ ਹੁੰਦਾ ਹੈ ਜੋ ਚੰਗੇ ਨੂੰ ਚੰਗਾ ਨਹੀਂ ਰਹਿਣ ਦਿੰਦਾ ਤੇ ਮਾੜੇ ਨੂੰ ਅੱਤ ਦਾ ਮਾੜਾ ਬਣਾ ਦਿੰਦਾ ਹੈ। ਪੰਜਾਬ ਦੀਆਂ ਮਾਡਰਨ ਜੇਲ੍ਹਾਂ ਦੀ ਕੀ ਸੱਚਾਈ ਹੈ, ਇਹ ਵੀ ਆਪਾਂ ਜਾਣ ਲੈਂਦੇ ਹਾਂ। ਜੇਲ੍ਹਾਂ ਦੇ ਵਿੱਚ ਸੁੱਖ ਸਹੂਲਤਾਂ ਵਧਾਉਣ ਨਾਲ ਕੈਦੀ ਨੂੰ ਆਰਾਮ ਤਾਂ ਮਿਲ ਸਕਦਾ ਹੈ, ਪਰ ਉਸਦੇ ਸੁਧਰਨ ਦੀ ਕੋਈ ਗਰੰਟੀ ਨਹੀਂ ਹੁੰਦੀ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਕਿ ਮਾਹੌਲ ਦਾ ਅਸਰ ਸੁਧਰਨ ਜਾਂ ਨਾ ਸੁਧਰਨ ਉੱਤੇ ਪੈਂਦਾ ਹੈ, ਠੀਕ ਉਸੇ ਤਰ੍ਹਾਂ ਸਰਕਾਰ ਦੇ ਕਈ ਅਫਸਰ ਅਜਿਹੇ ਵੀ ਨੇ ਜੋ ਜੇਲ੍ਹਾਂ ਅੰਦਰ ਕੈਦੀਆਂ ਦਾ ਸਮਾਂ ਲੰਘਾਉਣ ਦੇ ਲਈ ਉਹਨਾਂ ਲਈ ਕੋਈ ਨਾ ਕੋਈ ਕੰਮ ਧੰਦਾ ਸ਼ੁਰੂ ਕਰਨ ਦੀਆਂ ਯੋਜਨਾਵਾਂ ਘੜਦੇ ਰਹਿੰਦੇ ਨੇ। ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਕੈਦੀਆਂ ਦੇ ਬਣਾਏ ਖਾਣੇ ਦੇ ਲੋਕ ਆਨਲਾਈਨ ਆਰਡਰ ਕਰਦੇ ਨੇ ਤੇ ਕੈਦੀਆਂ ਵੱਲੋਂ ਬਣਾਈਆਂ ਮਿਠਾਈਆਂ ਨੂੰ ਲੋਕੀ ਸਵਾਦ ਨਾਲ ਖਾਂਦੇ ਨੇ। ਪਰ ਇਹ ਕਨਸੈਪਟ ਹਰੇਕ ਜੇਲ੍ਹ ਤੱਕ ਪਹੁੰਚਦਾ ਕਿਉਂ ਨਹੀਂ ਕਰ ਸਕਦਾ ਇਹ ਸਿਸਟਮ? ਇਹ ਵੀ ਸੋਚਣ ਵਾਲੀ ਗੱਲ ਹੈ। ਬਹੁਤ ਸਾਰੀਆਂ ਜੇਲ੍ਹਾਂ ਹਾਲੇ ਵੀ ਉਸੇ ਪੁਰਾਣੇ ਤਸ਼ੱਦਦ ਵਾਲੇ ਘਟੀਆ ਪ੍ਰਬੰਧਾਂ ਦੁਆਲੇ ਹੀ ਚਲਾਈਆਂ ਜਾ ਰਹੀਆਂ ਨੇ। ਮਾਡਰਨ ਜੇਲ੍ਹ ਬਣਾਉਣ ਦੀ ਥਾਂ ਕੈਦੀ ਦੀ ਮਾਨਸਿਕਤਾ ਵਿੱਚ ਬਦਲਾਅ ਕਰਨ ਦੇ ਲਈ ਕੋਈ ਕਦਮ ਨਹੀਂ ਪੁੱਟੇ ਜਾਂਦੇ। ਜੇਲ੍ਹਾਂ ਦੀ ਜਦੋਂ ਗੱਲ ਕਰ ਰਹੇ ਹਾਂ, ਜੇਲ੍ਹਾਂ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗੱਲ ਕਰਨੀ ਵੀ ਬੜੀ ਜ਼ਰੂਰੀ ਹੈ। ਹਾਲਾਂਕਿ ਜਿਹੜੇ ਜੇਲ੍ਹਾਂ ਦੇ ਵਿੱਚ ਨਸ਼ੇ ਦੀ ਸਪਲਾਈ ਜਾਂ ਫਿਰ ਮੋਬਾਈਲ ਦੀ ਸਪਲਾਈ ਹੁੰਦੀ ਹੈ ਉਸ ਦੇ ਲਈ ਕਿਤੇ ਨਾ ਕਿਤੇ ਪ੍ਰਬੰਧ ਹੈ ਜਿਹੜਾ ਉਹ ਹੀ ਜ਼ਿੰਮੇਵਾਰ ਹੈ। ਜੇਲ੍ਹਾਂ ਨੂੰ ਸਾਂਭਣ ਵਾਲੇ ਲੋਕ ਹੀ ਜ਼ਿੰਮੇਵਾਰ ਨੇ ਤੇ ਵਿੱਚ ਉਹ ਸ਼ਾਮਿਲ ਵੀ ਹੁੰਦੇ ਨੇ ਕਈ ਥਾਈਂ ਤਾਂ ਕਿੰਨੀ ਵਾਰੀ ਇਹ ਸਿੱਧ ਵੀ ਹੋ ਚੁੱਕਿਆ ਹੈ। ਪਰ ਇੱਥੇ ਉਹਨਾਂ ਕਰਮਚਾਰੀਆਂ ਦਾ ਸਿਸਟਮ ਵੱਲੋਂ ਜਿਹੜਾ ਸ਼ੋਸ਼ਣ ਵੀ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਕੰਮ ਤੇ ਰੱਖਿਆ ਜਾਂਦਾ ਹੈ। ਬਹੁਤ ਘੱਟ ਤਨਖਾਹਾਂ ਤੇ ਬਹੁਤ ਹੀ ਜ਼ਿਆਦਾ ਕੰਮ। ਜਦੋਂ ਅਜਿਹੇ ਹਾਲਾਤ ਬਣਾ ਦਿੱਤੇ ਜਾਂਦੇ ਨੇ ਕਰਮਚਾਰੀਆਂ ਦੇ ਲਈ ਤਾਂ ਉਹ ਕੰਮ ਛੱਡਣ ਦੇ ਲਈ ਮਜਬੂਰ ਹੋ ਜਾਂਦੇ ਨੇ। ਹੁਣ ਇੱਕ ਸਵਾਲ ਆਪਾਂ ਇਹ ਵੀ ਵਿਚਾਰ ਲਈਏ ਕਿ ਕੀ ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਦੇ ਅੱਡੇ ਬਣ ਰਹੀਆਂ ਨੇ ਜਾਂ ਫਿਰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਗੈਂਗਸਟਰ ਪੈਦਾ ਕੀਤੇ ਜਾ ਰਹੇ ਨੇ। 2019 ਦੇ ਵਿੱਚ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਝੜਪ ਤੇ ਨਾਭਾ ਸ਼ਹਿਰ ਦੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਦਾ ਕਤਲ ਵਰਗੀਆਂ ਵਾਰਦਾਤਾਂ ਨੇ ਸਵਾਲ ਖੜੇ ਕੀਤੇ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਕੀ ਗੈਂਗਸਟਰਬਾਜ਼ੀ ਚੱਲਦੀ ਹੈ? ਜੇ ਚੱਲਦੀ ਹੈ ਤਾਂ ਇਸ ਦਾ ਦੋਸ਼ੀ ਕੌਣ ਹੈ? ਜੇ ਗੈਂਗਸਟਰ ਬਣਦੇ ਨੇ ਤਾਂ ਉਸ ਦਾ ਦੋਸ਼ੀ ਕੌਣ ਹੈ? ਕਿਹੜਾ ਸਿਸਟਮ ਹੈ? 2016 ਦੀ ਗੱਲ ਕਰ ਲਈਏ ਤਾਂ ਨਾਭਾ ਜੇਲ੍ਹ ਬ੍ਰੇਕ ਨੇ ਜੇਲ੍ਹਾਂ ਦੇ ਸਾਰੇ ਪ੍ਰਬੰਧਾਂ ਬਾਰੇ ਖੁਲਾਸੇ ਕਰ ਦਿੱਤੇ ਸੀ। ਇਸ ਦੌਰਾਨ ਸਾਹਮਣੇ ਆਇਆ ਸੀ ਕਿ ਕੈਦੀ ਕਿਸ ਤਰ੍ਹਾਂ ਅਣਮਨੁੱਖੀ ਸਥਿਤੀਆਂ ਵਿੱਚ ਰਹਿਣ ਨੂੰ ਮਜਬੂਰ ਨੇ। ਜੇਲ੍ਹ ਬ੍ਰੇਕ ਦੌਰਾਨ ਗੈਂਗਸਟਰਾਂ ਨੇ 6 ਹਾਰਡਕੋਰ ਕੈਦੀਆਂ ਦੇ ਭੱਜਣ ਵਿੱਚ ਮਦਦ ਕੀਤੀ ਸੀ। ਪੰਜਾਬ ਦੀਆਂ ਜੇਲ੍ਹਾਂ ਵਿੱਚ ਸਮਰੱਥਾ ਦੇ ਨਾਲੋਂ ਕਿਤੇ ਵੱਧ ਕੈਦੀ ਤਾੜ ਕੇ ਰੱਖੇ ਜਾਂਦੇ ਨੇ। ਇੰਸਟੀਚਿਊਟ ਆਫ ਕਰੈਕਸ਼ਨਲ ਪ੍ਰਬੰਧਕ ਦੇ ਉਪ ਡਾਇਰੈਕਟਰ ਉਪਨੀਤ ਲੱਲੀ ਦੇ ਮੁਤਾਬਿਕ ਜ਼ਿਆਦਾ ਭੀੜ, ਖਰਾਬ ਜੇਲ੍ਹ ਪ੍ਰਬੰਧ ਅਤੇ ਕਰਮਚਾਰੀਆਂ ਦੀ ਘਾਟ ਸੂਬੇ ਦੀਆਂ ਜੇਲ੍ਹਾਂ ਦੇ ਮਾੜੇ ਹਾਲਾਤਾਂ ਦੇ ਲਈ ਜ਼ਿੰਮੇਦਾਰ ਹੈ, ਜਿਹਦੇ ਕਾਰਨ ਇਹ ਸਾਰੀਆਂ ਹਿੰਸਕ ਘਟਨਾਵਾਂ ਵਾਪਰਦੀਆਂ ਨੇ। ਸੋ ਪ੍ਰਾਈਮ ਟਾਈਮ ਦੇ ਅਖੀਰ ਦੇ ਵਿੱਚ ਇਹ ਸਵਾਲ ਆਪਣੇ ਸਾਰਿਆਂ ਦੇ ਲਈ ਹੈ ਕਿ ਹਾਲਾਤ ਸੁਧਰਨ ਦੀ ਗੁੰਜਾਇਸ਼ ਹੈ ਜਾਂ ਨਹੀਂ ਹੈ।
ਜੇਲ੍ਹਾਂ ਅੰਦਰਲੇ ਹਾਲਾਤ ਤੇ ਅਫਸਰਾਂ ਦੀ ਮਿਲੀਭੁਗਤ ਨਾਲ ਚੱਲਦੇ ਹੋਰ ਕਰਮਕਾਂਡ ਕਿਸੇ ਦੀ ਅੱਖ ਤੋਂ ਲੁਕੇ ਹੋਏ ਨਹੀਂ। ਸਪਸ਼ਟ ਤੌਰ ਤੇ ਜਿਹੜਾ ਹੈਗਾ ਕੋਈ ਵੀ ਇਸ ਗੱਲ ਨੂੰ ਕਹਿ ਨਹੀਂ ਸਕਦਾ, ਪਰ ਅੰਦਰ ਖਾਤੇ ਸਾਰੇ ਜਾਣਦੇ ਨੇ ਕਿ ਅੰਦਰਲੇ ਹਾਲਾਤ ਤੇ ਅਫਸਰਾਂ ਦੀ ਮਿਲੀਭੁਗਤ ਕਿਸ ਕਦਰ ਤੱਕ ਆਪਣਾ ਯੋਗਦਾਨ ਪਾ ਰਹੀ ਹੈ ਇਹਨਾਂ ਸਾਰੇ ਮਾੜੇ ਪ੍ਰਬੰਧਾਂ ਦੇ ਲਈ। ਪਰ ਇਸ ਸਿਸਟਮ ਨੂੰ ਸੁਧਾਰਨ ਲਈ ਸਰਕਾਰ ਨੂੰ ਹੀ ਕਾਨੂੰਨ ਦੀਆਂ ਪੇਚੀਦਗੀਆਂ ਨੂੰ ਸਹੀ ਕਰਨ ਅਤੇ ਠੰਡੇ ਦਿਮਾਗ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ। ਬਹੁਤ ਸਾਰੇ ਕੈਦੀ ਕਾਨੂੰਨ ਪ੍ਰਬੰਧ ਦੀ ਸਖਤੀ ਕਾਰਨ ਜੇਲ੍ਹਾਂ ਅੰਦਰ ਲਟਕੇ ਰਹਿੰਦੇ ਨੇ। ਇਸ ਗੱਲ ਤੋਂ ਵੀ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਮਾਜ ਦੇ ਵਿੱਚ ਬਹੁਤ ਸਾਰੇ ਅਨਸਰ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਵਿਚਰਨ ਨਹੀਂ ਦਿੱਤਾ ਜਾ ਸਕਦਾ। ਉਹਨਾਂ ਦੇ ਲਈ ਜੇਲ੍ਹ ਹੀ ਇੱਕੋ ਇੱਕ ਰਾਹ ਹੁੰਦੀ ਹੈ, ਪਰ ਜੇਲ੍ਹਾਂ ਦੇ ਵਿੱਚ ਡੱਕ ਕੇ ਸੁਧਾਰ ਵੀ ਨਹੀਂ ਹੋ ਸਕਦੇ ਤੇ ਨਾ ਹੀ ਸੁੱਖ ਸਹੂਲਤਾਂ ਤੋਂ ਵਾਂਝਿਆ ਰੱਖ ਕੇ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਸੁਧਾਰ ਦੀ ਉਮੀਦ ਰੱਖੀ ਜਾ ਸਕਦੀ ਹੈ। ਮਨੁੱਖੀ ਅਧਿਕਾਰਾਂ ਦਾ ਕਨਸੈਪਟ ਸਮਝਣਾ ਹਰ ਕਿਸੇ ਵਰਗ ਦੇ ਲਈ ਬਹੁਤ ਜ਼ਰੂਰੀ ਹੈ, ਫਿਰ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਕਿਉਂ ਨਾ ਹੋਵੇ। ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਕਨਸੈਪਟ ਵੀ ਸਮਝਣਾ ਹੀ ਪਵੇਗਾ। ਅਪਰਾਧ ਦੀ ਫ੍ਰੀਕੁਐਂਸੀ ਦੇਖਣੀ ਹੀ ਪਵੇਗੀ। ਛੋਟੇ ਅਪਰਾਧੀਆਂ ਦੇ ਕੇਸ ਲੰਬੇ ਸਮੇਂ ਤੱਕ ਵਿਚਾਰੇ ਨਾ ਜਾ ਸਕਣ ਕਾਰਨ ਉਹਨਾਂ ਨੂੰ ਲੰਬੀ ਤੇ ਬਹੁਤ ਹੀ ਡੂੰਘੀ ਮਾਨਸਿਕ ਦੇ ਵਿੱਚੋਂ ਲੰਘਣਾ ਪੈਂਦਾ ਹੈ, ਮਾਨਸਿਕ ਪੀੜਾ ਝੱਲਣੀ ਪੈਂਦੀ ਹੈ। ਪਰਿਵਾਰ ਪਿੱਛੇ ਵੱਖਰਾ ਸੰਤਾਪ ਭੋਗਦਾ ਹੈ। ਬਿਨਾਂ ਕਿਸੇ ਦਬਾਅ ਦੇ ਅਸੀਂ ਕਿਸੇ ਗਲਤ ਇਨਸਾਨ ਨੂੰ ਸੁਧਰਨ ਦੇ ਹਜ਼ਾਰ ਮੌਕੇ ਦੇ ਸਕਦੇ ਹਾਂ, ਪਰ ਕਾਨੂੰਨੀ ਪ੍ਰਬੰਧ ਵਿੱਚ ਲਟਕਾ ਕੇ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਸ ਨੂੰ ਜੇਲ੍ਹਾਂ ਦੇ ਵਿੱਚ ਡੱਕ ਕੇ ਨਾ ਤਾਂ ਕੋਈ ਸਿਹਤਮੰਦ ਸਮਾਜ ਸਿਰਜਿਆ ਜਾ ਸਕਦਾ ਹੈ, ਨਾ ਹੀ ਕਿਸੇ ਅੰਦਰ ਸੁਧਾਰ ਦੀ ਅਸੀਂ ਆਸ ਕਰ ਸਕਦੇ ਹਾਂ। ਸਰਕਾਰਾਂ ਨੂੰ ਬਿਨਾਂ ਦੇਰੀ ਇਹ ਸੋਚ ਸਮਝ ਲੈਣਾ ਚਾਹੀਦਾ ਹੈ ਤੇ ਕਾਨੂੰਨ ਨੂੰ ਵੀ ਆਪਣਾ ਕੰਮ ਬਹੁਤ ਹੀ ਤਰੀਕੇ ਦੇ ਨਾਲ ਕਰਨ ਦੀ ਲੋੜ ਹੈ ਤੇ ਸੰਭਵ ਸਭ ਕੁਝ ਹੁੰਦਾ ਹੈ, ਜਾਂ ਕਹਿ ਲਈਏ ਕਿ ਅਸੰਭਵ ਕੁਝ ਵੀ ਨਹੀਂ ਹੁੰਦਾ। ਧੰਨਵਾਦ।